वाहिगुरू जी का खालसा वाहिगुरू जी की फतेह। संगत जी, रात ਨੂੰ मैं ਮਸਕੀਨ ਜੀ ਦੀ ਕਥਾ ਸੁਣ ਰਿਹਾ ਸੀ। ਬਹੁਤ ਆਨੰਦ ਆਇਆ। ਕਥਾ ਸੀ ਸੌਣ ਤੋਂ ਪਹਿਲੇ ਕਿਹੜਾ ਸ਼ਬਦ ਕੀਤਾ ਜਾਏ ਜਿਸ ਨਾਲ ਜੀਵਨ ਸਫਲ ਹੋ ਸਕੇ, ਜਿਸ ਨਾਲ ਆਪਣੇ ਵਿਚਾਰ ਸ਼ੁੱਧ ਹੋ ਸਕੇ। ਮਸਕੀਨ ਜੀ ਦੀ ਕਥਾ ਸੁਣ ਕੇ ਬਹੁਤ ਜ਼ਿਆਦਾ ਆਨੰਦ ਆਇਆ। ਤੇ ਆਓ ਅਸੀਂ ਪਹਿਲੀ ਕਥਾ ਸੁਣਦੇ ਹਾਂ, ਫਿਰ ਉਸ ਕਥਾ ਦੇ ਵਿਚਾਰ ਕਰਾਂਗੇ। ਤੇ ਆਓ ਅਸੀਂ ਕਥਾ ਸਮਝਦੇ ਹਾਂ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਕਥਨ ਅਨੁਸਾਰ ਸੁਪਨੇ ਵਿੱਚ ਕਿਸੇ ਨੇ ਰਾਮ ਦੀ ਮੰਗ ਕੀਤੀ ਹੈ, ਸੁਪਨੇ ਵਿੱਚ ਕਿਸੇ ਨੇ ਪ੍ਰਮਾਤਮਾ ਦੀ ਮੰਗ ਕੀਤੀ ਹੈ। ਤਾਂ ਇਹ ਮੰਗ, ਸੁਪਨੇ ਦੀ ਇਹ ਚਾਹਤ ਇਸ ਗੱਲ ਦਾ ਸਬੂਤ ਹੈ ਕਿ ਇਸ ਬੰਦੇ ਦੀ ਜਾਗਰਤ ਅਵਸਥਾ ਬੜੀ ਪਵਿੱਤਰ ਹੈ। ਇਸ ਬੰਦੇ ਦੀ ਜਾਗਰਤ ਅਵਸਥਾ ਵਿੱਚ ਪ੍ਰਭੂ ਚਿੰਤਨ ਚੱਲਦਾ ਹੀ ਰਹਿੰਦਾ ਹੈ, ਈਸ਼ਵਰੀ ਸਿਮਰਨ ਚੱਲਦਾ ਹੀ ਰਹਿੰਦਾ ਹੈ। ਆਦਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਵਾਕ, ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਆਏ ਨ ਸਕਾਂ ਤੁਝ ਕਨ ਪਿਆਰੇ ਭੇਜ ਨ ਸਕਾਂ ਕੋਏ। ਇਹ ਸੁਪਨੇ ਵਿੱਚ ਆਉਣ ਵਾਲੇ ਸੱਜਣੋ, ਸੁਪਨਾ ਗਿਆ, ਤੁਸੀਂ ਵੀ ਗਏ, ਪਰ ਹੁਣ ਮੈਂ ਕੋਈ ਸੰਦੇਸ਼ਾ ਨਹੀਂ ਭੇਜ ਸਕਦਾ ਕਿ ਤੁਸੀਂ ਫਿਰ ਆਓ। ਤੁਹਾਡੇ ਤੱਕ ਮੈਂ ਆਪਣੀ ਵੇਦਨਾ ਨਹੀਂ ਪਹੁੰਚਾ ਸਕਦਾ। ਹਾਂ, ਇੱਕ ਜ਼ਰੀਆ ਜ਼ਰੂਰ ਹੈ ਕਿ ਆਓ ਸੁਭਾਗੀ ਨੀਂਦੜੀਏ ਮਤ ਸ਼ਉ ਦੇਖਾਂ ਸੋਏ। ਇਹ ਭਾਗਾਂ ਭਰੀ ਨੀਂਦ, ਇਹ ਸੁਭਾਗ ਭਰੀ ਨੀਂਦ, ਇੱਕ ਦਫਾ ਤੂੰ ਫਿਰ ਆ ਤਾਂ ਕਿ ਫਿਰ ਉਸ ਪਾਵਨ ਸੁਪਨੇ ਵਿੱਚ ਮੈਂ ਆਪਣੇ ਉਸ ਪਰਮ ਪ੍ਰੀਤਮ ਦੀ ਝਲਕ ਵੇਖ ਸਕਾਂ। ਮਨੁੱਖ ਜਿਤਨਾ ਸੌਂਦਾ ਹੈ ਉਹ ਸਮੁੱਚੀ ਜ਼ਿੰਦਗੀ ਦਾ 1/3 ਹਿੱਸਾ ਬਣ ਜਾਂਦਾ ਹੈ। ਨਵਜ਼ਾਇਦ ਬੱਚਾ, ਨਵਾਂ ਜਨਮਿਆ ਬੱਚਾ 19 ਘੰਟੇ 20 ਘੰਟੇ ਸੁੱਤਾ ਰਹਿੰਦਾ ਹੈ। ਸਹਿਜੇ ਸਹਿਜੇ ਉਮਰ ਦੇ ਵਧਣ ਦੇ ਨਾਲ ਨੀਂਦ ਘਟਦੀ ਹੈ। 1 ਸਾਲ ਦਾ ਹੋ ਗਿਆ, ਹੁਣ 15-16 ਘੰਟੇ ਸੌਂਦਾ ਹੈ। ਸਹਿਜੇ ਸਹਿਜੇ ਹੋਰ ਵੱਡਾ ਹੋ ਰਿਹਾ ਹੈ, 12 ਘੰਟੇ ਸੌਂਦਾ ਹੈ, 10 ਘੰਟੇ ਸੌਂਦਾ ਹੈ। ਯੁਵਾ ਹੋ ਗਿਆ ਹੈ, ਜਵਾਨ ਹੋ ਗਿਆ ਹੈ, ਹੁਣ 7-8 ਘੰਟੇ ਸੌਂਦਾ ਹੈ। ਬਿਰਧ ਹੋ ਗਿਆ ਹੈ, ਹੁਣ 4-5 ਘੰਟੇ ਸੌਂਦਾ ਹੈ। ਬਹੁਤ ਬਿਰਧ ਹੋ ਗਿਆ ਹੈ, ਕਈ ਦਫਾ ਨੀਂਦ ਨੂੰ ਵੀ ਤਰਸਦਾ ਹੈ ਔਰ ਨੀਂਦ ਬਹੁਤ ਘਟ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਇਹ ਸੰਦੇਸ਼ ਤੇ ਇਹ ਉਪਦੇਸ਼, ਬਈ ਇਹ ਬੰਦੇ ਤੇਰਾ ਸੋਹਣਾ ਵਿਅਰਥ ਨਹੀਂ ਜਾਣਾ ਚਾਹੀਦਾ, ਕਿਉਂਕਿ ਜ਼ਿੰਦਗੀ ਦਾ ਇਹ ਤੀਜਾ ਹਿੱਸਾ ਹੈ। ਇਹ ਵੀ ਪ੍ਰਭੂ ਚਿੰਤਨ ਦੇ ਚਲੀਨ ਹੋਣਾ ਚਾਹੀਦਾ। ਜਿੱਥੇ ਤੇਰਾ ਜਾਗਣਾ ਸਫਲ ਹੋਵੇ ਉੱਥੇ ਤੇਰਾ ਸੋਹਣਾ ਵੀ ਸਫਲ ਹੋਵੇ। ਬੜੀ ਸੁੰਦਰ ਪੰਕਤੀ ਹੈ, ਉਠਤ ਬੈਠਤ ਸੋਵਤ ਨਾਮ। ਇਹ ਗੱਲ ਤੇ ਸਮਝ ਦੇ ਚ ਆ ਗਈ ਬਈ ਉੱਠਦਿਆਂ ਬੈਠਦਿਆਂ ਕਿਵੇਂ ਜਪਣਾ ਹੈ, ਪਰ ਸੁੱਤਿਆਂ ਨਾਮ ਕਿਵੇਂ ਜਪਣਾ ਹੈ, ਇਹ ਸੋਚ ਤੋਂ ਪਰੇ ਦੀ ਗੱਲ ਹੈ। ਜਦ ਅਸੀਂ ਸੌਂ ਹੀ ਗਏ ਫਿਰ ਕਿਸ ਤਰ੍ਹਾਂ ਨਾਮ ਜਪਣਾ ਹੈ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਸ ਦੀ ਤਫਸੀਲ ਇਹ ਹੈ ਕਿ ਦਿਨ ਭਰ ਜੋ ਕੁਛ ਬੰਦੇ ਨੇ ਚਾਹਿਆ ਹੈ, ਮਨੁੱਖ ਦੀ ਉਹ ਚਾਹਤ ਜੋ ਅਧੂਰੀ ਰਹਿ ਗਈ ਹੈ, ਉਹ ਰਾਤ ਨੂੰ ਸੁਪਨਿਆਂ ਵਿੱਚ ਪੂਰੀ ਹੁੰਦੀ ਹੈ। ਸੁਪਨਿਆਂ ਦਾ ਬਕਾਇਦਾ ਬੀਜ ਹੈ, ਬਿਨਾਂ ਬੀਜ ਤੋਂ ਕੁਛ ਵੀ ਨਹੀਂ ਪੈਦਾ ਹੁੰਦਾ। ਇਹ ਈਸ਼ਵਰੀ ਨਿਯਮ ਹੈ। ਦਿਨ ਭਰ ਦੀ ਚਾਹਤ, ਦਿਨ ਭਰ ਦੇ ਵਿਚਾਰ, ਦਿਨ ਭਰ ਦੀ ਤੜਪ, ਦਿਨ ਭਰ ਦਾ ਉਲਾਸ ਰਾਤ ਨੂੰ ਤਰ੍ਹਾਂ ਤਰ੍ਹਾਂ ਦੇ ਸੁਪਨਿਆਂ ਨੂੰ ਜਨਮ ਦਿੰਦਾ ਹੈ। ਇਹ ਗੱਲ ਵੱਖਰੀ ਹੈ ਕਿ ਇਹਨਾਂ ਸੁਪਨਿਆਂ ਦੇ ਪਿੱਛੇ ਕੁਝ ਪੂਰਬਲੇ ਸੰਸਕਾਰ ਵੀ ਕੰਮ ਕਰਦੇ ਨੇ, ਕੋਈ ਪੂਰਬਲੇ ਜਨਮ ਦੇ। ਉਹ ਵੀ ਬੀਜ ਅੰਦਰ ਪਏ ਨੇ, ਵਕਤ ਵਕਤ ਦੇ ਨਾਲ ਉਹ ਵੀ ਪਨਪਦੇ ਨੇ। ਦਿਨ ਭਰ ਜਿਸਨੇ ਪ੍ਰਭੂ ਚਿੰਤਨ ਕੀਤਾ ਹੈ, ਪ੍ਰਭੂ ਦੀ ਯਾਦ ਵਿੱਚ ਦਿਨ ਬਤੀਤ ਕੀਤਾ ਹੈ ਤੇ ਪ੍ਰਭੂ ਦੀ ਤੜਪ ਲੈ ਕੇ ਸੌਂ ਗਿਆ ਹੈ, ਲਾਜ਼ਮੀ ਹੈ ਕਿ ਇਸ ਮਨੁੱਖ ਨੇ ਸੁਪਨੇ ਵਿੱਚ ਪ੍ਰਭੂ ਦੀ ਮੰਗ ਕਰਨੀ ਹੈ ਔਰ ਸੁਪਨੇ ਵਿੱਚ ਸ਼ਾਇਦ ਇਸ ਨੂੰ ਪ੍ਰਭੂ ਮਿਲਣ ਨਸੀਬ ਹੋਵੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਮਹਾਨ ਪਰਮ ਅਵਸਥਾ ਦਾ ਹੀ ਜ਼ਿਕਰ ਕਰਦੇ ਨੇ ਕਿ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ, ਕਦ ਦੇਖੋ ਪ੍ਰਭ ਆਪਣਾ ਆਤਮ ਤੇ ਹਰ ਰੰਗ। ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਹੈ ਜਿਹਦੇ ਚ ਪ੍ਰਮਾਤਮਾ ਦਾ ਰੰਗ ਹੈ, ਜਿਹਦੇ ਚ ਪ੍ਰਮਾਤਮਾ ਦੀ ਪ੍ਰਾਪਤੀ ਹੈ, ਜਿਹਦੇ ਚ ਪ੍ਰਮਾਤਮਾ ਦਾ ਚਿੰਤਨ ਹੈ। ਸੁਪਨੇ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਛੰਦ ਫੁਨੇ ਛੰਦ ਨਾਮਕ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਢੰਗ ਨਾਲ ਫਰਮਾਨ ਹੈ ਕਿ ਸੁਪਨੇ ਉਭੀ ਭਈ ਗਇਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਅੱਜ ਅਸੀਂ ਸੁਪਨੇ ਵਿੱਚ 2 ਰੂਪ ਹੋ ਗਏ। ਇੱਕ ਤੇ ਅਸੀਂ ਆਪ, ਇੱਕ ਉਹ
ਜਿਹਨੂੰ ਅਸੀਂ ਵੇਖ ਰਹੇ ਹਾਂ, ਜਿਹਦੀ ਅਸੀਂ ਚਾਹਤ ਕੀਤੀ ਸੀ। ਵੇਖਦੇ ਰਹੇ ਪਕੜਨ ਦੀ ਚਾਹਤ ਪੈਦਾ ਹੋਈ, ਗਲਵਕੜੀ ਵਿੱਚ ਮਿਲਣ ਦੀ ਚਾਹਤ ਪੈਦਾ ਹੋਈ। ਗਇਓ ਕੀ ਨਾ ਅੰਚਲਾ, ਆਂਚਲ ਕਿਉਂ ਨਹੀਂ ਪਕੜ ਲਿਆ? ਤੋ ਸਤਿਗੁਰੂ ਕਹਿੰਦੇ ਨੇ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਉਹਨੂੰ ਵੇਖਣ ਦੇ ਵਿੱਚ ਐਸੇ ਲੀਨ ਹੋਏ, ਪਕੜਨਾ ਹੀ ਭੁੱਲ ਗਏ, ਗਲਵਕੜੀ ਦੇ ਵਿੱਚ ਲੈਣਾ ਹੀ ਭੁੱਲ ਗਏ। ਸੁਪਨੇ ਦੀ ਇਹ ਕਮਜ਼ੋਰੀ ਹੈ ਕਿ ਇਤਨਾ ਵੀ ਖਿਆਲ ਪੈਦਾ ਹੋ ਜਾਏ ਕਿ ਸੁਪਨੇ ਨੂੰ ਲੰਬਾ ਕਰਨਾ ਹੈ, ਨੀਂਦ ਖੁੱਲ ਜਾਂਦੀ ਹੈ, ਸੁਪਨਾ ਟੁੱਟ ਜਾਂਦਾ ਹੈ। ਖੋਜੋਂ ਤਾਂ ਕੇ ਚਰਨ ਕਹੋ ਕਤ ਪਾਈਏ, ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਯੋ ਪਾਈਏ। ਸਤਿਗੁਰੂ ਕਹਿੰਦੇ ਨੇ, ਉਹ ਜੋ ਮੈਂ ਸੁਪਨੇ 'ਚ ਝਲਕ ਵੇਖੀ ਹੈ, ਹੁਣ ਮੈਂ ਉਸ ਨੂੰ ਲੱਭ ਰਿਹਾ। ਹੇ ਸਖੀ, ਹੇ ਗੁਰਮੁਖ ਜਨੋ, ਕੋਈ ਐਸਾ ਯਤਨ ਦੱਸੋ, ਉਪਰਾਲਾ ਦੱਸੋ ਕਿ ਮੈਂ ਉਸ ਦੀ ਪ੍ਰਾਪਤੀ ਕਰਾਂ ਜਿਹਦੀ ਝਲਕ ਮੈਂ ਸੁਪਨੇ ਵਿੱਚ ਵੇਖੀ ਹੈ, ਜਿਹਦੇ ਕੋਲ ਮੈਂ ਸੁਪਨੇ ਵਿੱਚ ਬੈਠਾ। ਜਗਤ ਦੇ ਇਤਨੇ ਸ੍ਰੇਸ਼ਟ ਸੰਤ ਜਨ, ਗੁਰੂ ਪੁਰਸ਼ੋਤਮ ਅਵਤਾਰ ਸੁਪਨੇ ਦੀ ਇਤਨੀ ਵੱਡੀ ਮਹਾਨਤਾ ਬਿਆਨ ਕਰਨ, ਤਾਂ ਇਹਦੇ ਚ ਵਾਸਤਵਿਕ ਕੁਝ ਸਚਾਈ ਹੈ, ਹਕੀਕਤ ਹੈ। ਭਗਤ ਸਿਰਮੌਰ ਸੰਤ ਸ਼੍ਰੀ ਕਬੀਰ ਜੀ ਮਹਾਰਾਜ ਦਾ ਫਰਮਾਨ ਕਿ ਸੁਪਨੇ ਹੂੰ ਬਿਰੜਾਏ ਕੇ, ਜਹ ਮੁਖ ਨਿਕਸੇ ਰਾਮ, ਤਾਂ ਕੇ ਪਗ ਕੀ ਪਨਹੀ ਮੇਰੇ ਤਨ ਕੋ ਜਾ। ਸੁਪਨੇ ਵਿੱਚ ਅਚਨਚੇਤ ਕਿਸੇ ਦੀ ਰਸਨਾ ਤੋਂ ਨਿਕਲੇ ਰਾਮ। ਕਬੀਰ ਕਹਿੰਦੇ ਨੇ, ਉਹਨੂੰ ਬਾਜ਼ਾਰੋਂ ਜੁੱਤੀ ਮੁੱਲ ਲੈਣ ਦੀ ਲੋੜ ਨਹੀਂ, ਮੈਂ ਆਪਣੀ ਚਮੜੀ, ਮੈਂ ਆਪਣੀ ਖਲੜੀ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ 'ਚ ਪਾਵਾਂ, ਕਿਉਂਕਿ ਉਹ ਬੰਦਾ ਪੂਜਣਯੋਗ ਹੈ, ਉਹ ਮਨੁੱਖ ਮਹਾਨ ਹੈ ਜੋ ਸੁਪਨੇ ਵਿੱਚ ਰਾਮ ਦਾ ਉਚਾਰਨ ਪਿਆ ਕਰਦਾ ਹੈ। ਅਕਸਰ ਦੁਕਾਨ ਤੋਂ ਥੱਕਾ ਮੰਦਾ ਆਇਆ ਮਨੁੱਖ ਘਰ ਵਿੱਚ ਸੌਂਦਾ ਹੈ, ਦਿਨ ਭਰ ਦੀ ਆਮਦਨ ਤੇ ਖਰਚ ਦੇ ਲੇਖੇ ਵਿੱਚ ਸੌਂ ਜਾਂਦਾ ਹੈ, ਰਾਤ ਨੂੰ ਧਨ ਦੀ ਗਿਣਤੀ ਦੇ 'ਚ ਹੀ ਸਮਾਂ ਬਤੀਤ ਹੋ ਜਾਂਦਾ ਹੈ। ਸੁਪਨੇ ਧਨ ਦੇ ਹੀ ਆਉਂਦੇ ਨੇ। ਅਕਸਰ ਦਿਨ ਭਰ ਦਾ ਕਾਰ ਵਿਹਾਰ, ਉਹਦੇ ਬਣੇ ਪ੍ਰਬਲ ਸੰਸਕਾਰ ਰਾਤ ਨੂੰ ਸੁਪਨਿਆਂ 'ਚ ਜਨਮ ਦਿੰਦੇ ਨੇ। ਐਸਾ ਨਹੀਂ ਕਿ ਬੰਦਾ ਦਿਨ ਨੂੰ ਦੁਕਾਨ ਚਲਾ ਰਿਹਾ ਹੈ, ਰਾਤ ਨੂੰ ਸੁਪਨੇ ਵਿੱਚ ਵੀ ਚਲਾ ਰਿਹਾ ਹੈ। ਐਸਾ ਨਹੀਂ ਕਿ ਬੰਦਾ ਦਿਨ ਨੂੰ ਕੋਈ ਕੰਮ ਧੰਦਾ ਕਰ ਰਿਹਾ ਹੈ, ਰਾਤ ਨੂੰ ਸੁਪਨਿਆਂ ਵਿੱਚ ਵੀ ਕੰਮ ਧੰਦਾ ਕਰ ਰਿਹਾ ਹੈ। ਔਰ ਐਸਾ ਨਹੀਂ ਕਿ ਬੰਦਾ ਦਿਨ ਨੂੰ ਭਜਨ ਕਰ ਰਿਹਾ ਹੈ, ਰਾਮ ਦਾ ਨਾਮ ਜਪ ਰਿਹਾ ਹੈ, ਨਹੀਂ, ਰਾਤ ਨੂੰ ਸੁਪਨੇ 'ਚ ਵੀ ਜਪ ਰਿਹਾ ਹੈ, ਰਾਤ ਨੂੰ ਸੁਪਨੇ 'ਚ ਵੀ ਬੰਦਗੀ ਕਰ ਰਿਹਾ ਹੈ। ਦਿਨ ਤੇ ਰਾਤ ਦਾ ਆਪਸ ਵਿੱਚ ਮੇਲ ਹੈ, ਜਾਗਰਤ ਤੇ ਸੁਪਨ ਅਵਸਥਾ ਦਾ ਆਪਸ ਵਿੱਚ ਮੇਲ ਹੈ, ਬਹੁਤ ਵੱਡਾ ਮੇਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਘਰ ਦੇ ਵੇਦ ਵਿਆਸ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੰਦੇਸ਼ ਨਾਲ ਆਪ ਪ੍ਰਚਾਰ ਕਰਨ ਹਿਤ ਬਨਾਰਸ ਚਲੇ ਗਏ। ਪਰ ਸਤਿਗੁਰੂ ਨੇ ਇਹ ਆਗਿਆ ਕੀਤੀ, ਜਿਤਨੇ ਚਿਰ ਤੱਕ ਅਸੀਂ ਬੁਲਾਈਏ ਨਾ, ਸਾਡੀ ਪੱਤਰਕਾ ਨਾ ਆਵੇ, ਤੁਸੀਂ ਵਾਪਸ ਨਹੀਂ ਆਉਣਾ, ਆਪਣੇ ਆਪ ਨਹੀਂ ਆਉਣਾ, ਅਸੀਂ ਬੁਲਾਈਏ ਤਦੋਂ ਹੀ ਆਉਣਾ। ਸਮਾਂ 1 ਸਾਲ ਦਾ ਬਤੀਤ ਹੋ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬੁਲਾਇਆ ਨਹੀਂ। ਮਿਲਣ ਦੀ ਤਾਂਘ ਬੜੀ ਪ੍ਰਬਲ ਪੈਦਾ ਹੋਈ, ਔਰ ਉਸ ਤਾਂਘ ਦਾ ਭਾਈ ਜੀ ਆਪਣੀ ਬਾਣੀ 'ਚ ਬਕਾਇਦਾ ਜ਼ਿਕਰ ਕਰਦੇ ਨੇ। ਹੇ ਹਰਗੋਬਿੰਦ ਸਾਹਿਬ, ਉਹ ਦਿਨ ਕਦੋਂ ਨਸੀਬ ਹੋਵੇਗਾ ਕਿ ਮੇਰੇ ਨੇਤਰ ਤੁਹਾਡਾ ਦਰਸ਼ਨ ਕਰਨਗੇ, ਮੇਰੇ ਕੰਨ ਤੁਹਾਡੇ ਅੰਮ੍ਰਿਤਮਈ ਬਚਨ ਸੁਣਨਗੇ। ਮੈਂ ਆਪਣੀ ਇਸ ਤੁੱਛ ਜਿਹੀ ਰਸਨਾ ਨਾਲ ਅਰਦਾਸਮਈ ਬੇਨਤੀ ਭਰੇ ਵਾਗ ਤੁਹਾਡੇ ਕੰਨਾਂ ਤੱਕ ਪਹੁੰਚਾਵਾਂਗਾ। ਔਰ ਉਹ ਦਿਨ ਮੈਨੂੰ ਕਦੋਂ ਨਸੀਬ ਹੋਵੇਗਾ, ਜਦ ਮੈਂ ਤੁਹਾਡੇ ਨਕਸ਼ੇ ਕਦਮ ਤੇ ਚਲਾਂਗਾ ਤੇ ਤੁਹਾਡੀ ਪਰਿਕਰਮਾ ਕਰਾਂਗਾ। ਇਸ ਤਰ੍ਹਾਂ ਦੀਆਂ ਜੋਦੜੀਆਂ ਇਹ ਲਿਖ ਲਿਖ ਕੇ ਭੇਜ ਰਹੇ ਨੇ। ਅੱਜ ਸਵੇਰੇ ਉੱਠੇ ਨੇ ਬੜੇ ਉਦਾਸ, ਬੜੇ ਬਹਿਬਲ। ਨਾਲ ਦੇ ਸਾਥੀ ਵਿਦਿਆਰਥੀ ਪੁੱਛਦੇ ਨੇ, ਭਾਈ ਜੀ ਅੱਜ ਬੜੇ ਗਮਗੀਨ ਹੋ, ਬੜੇ ਦੁਖਤ ਹੋ, ਗੱਲ ਕੀ ਹੈ? तो एक पावन सवैये विच बड़ा सुंदर जिक्र कीता है। याही मस्तक देख रीझत को प्राणपत, हाथ अपने बनाए तिलक दिखावते। मत्था मेरा यही है जिन्हों वेख के गुरु हरगोबिंद साहब जी महाराज प्रसन्न हो जाते सन, बाग बाग हो जाते सन, और इस मस्तक दे उत्ते अपना मेर भरिया हथ रखते सन, असीस देंदे सन। ये मस्तक इतना खुशकिस्मत है, ये मस्तक इतना वडभागी है। याही मस्तक धार हस्त कमल प्रे, प्रेम कथा कह के मानने मनावते। भाई साहब कहते ने मत्था मेरा यही है जिन्हों वेख के गुरु हरगोबिंद साहब जी महाराज
ਰੱਬੀ ਪ੍ਰੇਮ ਦੀਆਂ ਕਹਾਣੀਆਂ ਸੁਣਾਉਂਦੇ ਸਨ, ਰੱਬੀ ਪ੍ਰੇਮ ਦੇ ਗੀਤ ਚੱਲ ਪੈਂਦੇ ਸਨ ਤੇ ਮੈਂ ਹੰਕਾਰੀ ਦੀ ਸੁਰਤ ਨੂੰ ਰੱਬ ਨਾਲ ਜੋੜਦੇ ਸਾਂ। ਯਾਹੀ ਮਸਤਕ ਦੇਖ ਨਾਹੀ ਨਾਹੀ ਕਰ ਭਾਗਤੀ ਥੀ, ਧਾਏ ਧਾਏ ਹੇਤ ਕਰ ਉਰਹਿ ਲਗਾਵਤੇ। ਮਸਤਕ ਤੇ ਮੇਰਾ ਇਹੀ ਹੈ। ਇਹਨੂੰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਖਦੇ ਸਨ ਤੇ ਆਵਾਜ਼ ਮਾਰਦੇ ਸਨ, ਭਾਈ ਜੀ ਆਇਓ ਇੱਕ ਕੰਮ ਹੈ। ਤੇ ਮੈਂ ਕਹਿ ਦਿੰਦਾ ਸੀ, ਪਾਤਸ਼ਾਹ ਅਜੇ ਠਹਿਰੋ, ਮੈਂ ਆਪਣੇ ਕੁਝ ਹੋਰ ਕੰਮ ਕਰਨੇ ਨੇ। ਮੈਂ ਇਨਕਾਰੀ ਹੋ ਜਾਂਦਾ ਸੀ। ਲਾੜ ਦੇ ਚ ਆ ਕੇ ਇਤਨੀ ਵੱਧ ਗੱਲ ਵੀ ਕਹਿ ਦਿੰਦਾ ਸੀ ਕਿ ਪਾਤਸ਼ਾਹ ਅਜੇ ਠਹਿਰੋ, ਅਜੇ ਮੈਂ ਨਹੀਂ ਆਉਣਾ। ਬਖਸ਼ਿਸ਼ ਭੰਡਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚੱਲ ਕੇ ਆ ਜਾਂਦੇ ਸਨ ਤੇ ਮੈਨੂੰ ਗਲਵਕੜੀ ਚ ਲੈ ਲੈਂਦੇ ਸਨ। ਯਾਹੀ ਮਸਤਕ ਦੇਖ ਨਾਹੀ ਨਾਹੀ ਕਰ ਭਾਗਤੀ ਥੀ, ਧਾਏ ਧਾਏ ਹੇਤ ਕਰ ਉਰਹਿ ਲਗਾਵਤੇ। ਸਤਿਗੁਰ ਆਪ ਭੱਜ ਕੇ ਆ ਜਾਂਦੇ ਸਨ ਔਰ ਮੈਨੂੰ ਗਲਵਕੜੀ ਚ ਲੈ ਲੈਂਦੇ ਸਨ। ਪਰ ਅੱਜ ਹਾਲਤ ਇਹ ਹੈ ਕਿ ਯਾਹੀ ਮਸਤਕ ਦੇਖ ਧੁਨ ਧੁਨ ਪੁਨ ਰੋਏ ਉਠੂੰ, ਸੁਪਨੇ ਹੂੰ ਨਾਥ ਨਾਹੀ ਦਰਸ ਦਿਖਾਵਤੇ। ਮਸਤਕ ਉਹੀ ਹੈ ਔਰ ਪੱਥਰ ਤੇ ਪਟਕ ਪਟਕ ਕੇ ਮੈਂ ਰੋ ਰਿਹਾ ਕਿ ਜਾਗਰਤ ਅਵਸਥਾ ਦੀ ਤੇ ਗੱਲ ਇੱਕ ਪਾਸੇ, ਸੁਪਨੇ ਦੇ ਚ ਵੀ ਦਰਸ਼ਨ ਕੋਈ ਨਹੀਂ, ਮਿਲਾਪ ਸੁਪਨੇ ਦੇ ਚ ਵੀ ਕੋਈ ਨਹੀਂ। ਇੰਨੀ ਬਹਿਬਲ ਅਵਸਥਾ ਦਾ ਜ਼ਿਕਰ ਆਪ ਆਪਣੇ ਸਾਥੀਆਂ ਨਾਲ ਕਰ ਰਹੇ ਨੇ। ਦਿਨ ਭਰ ਗੁਰੂ ਚਿੰਤਨ ਦੇ ਚ ਰਹੇ, ਦਿਨ ਭਰ ਗੁਰਬਾਣੀ ਦੀ ਵਿਚਾਰ ਦੇ ਚ ਰਹੇ, ਦਿਨ ਭਰ ਪ੍ਰਭੂ ਸਿਮਰਨ ਦੇ ਚ ਰਹੇ ਔਰ ਇਸੇ ਹੀ ਬੈਰਾਗਮਈ ਅਵਸਥਾ ਦੇ ਚ ਆਪ ਰਾਤ ਨੂੰ ਸੌਂ ਗਏ, ਗੁਰੂ ਨੂੰ ਚੇਤੇ ਕਰਦਿਆਂ ਕਰਦਿਆਂ। ਪਰ ਅੱਜ ਜਦ ਅੰਮ੍ਰਿਤ ਵੇਲੇ ਉੱਠੇ, ਸਵੇਰੇ ਉੱਠੇ, ਚਿਹਰੇ ਦੀ ਰੌਣਕ ਹੀ ਕੁਛ ਹੋਰ ਸੀ, ਅੱਖਾਂ ਦੀ ਚਮਕ ਹੀ ਕੁਛ ਹੋਰ ਸੀ, ਉੱਠਣ ਦਾ ਅੰਦਾਜ਼ ਹੀ ਕੁਛ ਹੋਰ ਸੀ। ਇਹ ਸਭ ਕੁਝ ਵੇਖ ਕੇ ਸਾਥੀ ਪੁੱਛਦੇ ਨੇ, ਭਾਈ ਜੀ ਅੱਜ ਤੇ ਕਿਸੇ ਨਵੇਂ ਢੰਗ ਨਾਲ ਉੱਠੇ ਹੋ, ਅੱਜ ਤੇ ਤੁਹਾਡੀਆਂ ਅੱਖਾਂ ਕੁਛ ਗੈਬੀ ਦੁਨੀਆ ਦੀ ਖਬਰ ਦੇ ਰਹੀਆਂ ਨੇ, ਅੱਜ ਤੇ ਤੁਹਾਡਾ ਇਹ ਮਸਤਕ ਹੈ ਕੁਝ ਗੁੱਝੇ ਭੇਦ ਖੋਲ ਰਿਹਾ ਹੈ, ਕੋਈ ਰਾਜ਼ ਪ੍ਰਗਟ ਕਰ ਰਿਹਾ ਹੈ। तो भाई साहब बकायदा जिक्र करते हैं, सुपने चरित्र चित्र बन के बने बचित्र, पावन पवित्र मित्र आज मोरे आए है। ओ जड़ा मेरा मित्र जिसकी चितवनी मैं दिन रात करता रहा, अज बड़ा ही प्यारा ते पवित्र रूप धारण करके बिल्कुल बचित्र जियां लीला बना के मेरे सुपने च आए। मैं रज के वेख्या, मैं रज के वेख्या। सुपने च कोई दुराचार करे तो शरीर की हालत उही बनती है जो जागृत अवस्था विच बनती है। सुपने विच अगर कोई चोरी करे तो हालत शरीर की उही बनती है जो जागृत अवस्था विच चोरी करे। उन्ना ही भय पैदा हो जाता है और शरीर के रोंगटे उसे ढंग नाल खड़े हो जाते हैं। और सुपने विच किधरे परमात्मा के नाम का रस मिले तो यह रस उही आउंदा है जो जागृत अवस्था विच मनुख नूं नसीब होंदा है। इस वास्ते सुपने विच कीता होया शुभ ते अशुभ कर्म बकायदा संस्कारां नूं जन्म देंदा है और बकायदा एक कर्म है। इस वास्ते गुरु गोबिंद सिंह जी महाराज दा ते फरमान सी, निज नारी के संग नेहो तुम नीत बढ़इयो, पर नारी की सेज भूल सुपने हो ना जाइयो। सुपने दे च भी ये चिंतन नहीं आउणा चाहिदा, पर तन दा पर धन दा। और जिस बंदे नूं माड़े सुपने आ रहे ने, समझ लो इस मनुख दा जागृत कोई चंगा नहीं है। जिस मनुख दी रात माड़ी लंघी है, इस बंदे दा दिन कोई चंगा नहीं है। जिस मनुख दे सुपने बहुत गंदे ने, इस बंदे दा जागना कोई बहुत पवित्र नहीं हो सकता, क्योंकि जागना ते सुपना दोवें जुड़े हुए ने। जो जागना है वही जो है सुपनियां नूं सौण दी अवस्था विच जन्म देंदा है। ईरान दे च बड़े प्रसिद्ध फकीर होए ने संत हाफिज। एक दिन अल्लाह अल्लाह दी धुन करदियां करदियां सौ गए, नींद आ गई। रात नूं कुछ अल्लाह दी चमक देखी, दमक देखी और उस सुपने विच जो अल्लाह कह रहा है वो ए फकीर तू कुछ मंग ले, अज असी तेनू मन चाही वस्तु देण आया, तू मंग, छेती मंग। हाफिज मंगदे ने, कहंदे ने, मकुन बेदार अजी ख्वाबम खुदारा के दारम इशरते खुशबा ख्यालस। ऐ मेरे खुदा, ऐ मेरे परवरदिगार, जे देना ही है तो यही वस्तु दे, मैनू जगावी नहीं, इसे सुपने दे च रहण दे, ऐसे ही नींद दे च रहण दे। जे बख्शिश करनी है तो मकुन बेदार अजी ख्वाबम खुदारा, मैनू बेदार ना करी,
मैनू जगावी ना, ये नींद महान है, ये सुपना महान है। हू बहु इस तरह की एक गाथा अपने देश की परम भक्तनी मीरा नाल भी जुड़ी हुई है। वो कहती है, सोई होती निस्मय पलंग पर, सब ज्ञान ध्यान पिया संग लाए, पलक से जब पलक लगे पल लागत ही पल मोह पिया आए। कुदरती गल है, जिसका चिंतन करके सोईए रात नूं सुपनियां विच ओही आउंदा है। इस वास्ते गुरु घर दे कीर्तन सवेला पढ़ के सोण दी हिदायत है। वो महज इस वास्ते पढ़ना है कि गुरु नूं याद करदियां करदियां सौ गए ते रात नूं सुपने गुरु दे आउणगे, रात नूं सुपने परमात्मा दे आउणगे। तो कृष्ण दा चिंतन करदियां करदियां मीरा सौ गई, नींद दी आगोश दे चले गई। ते नींद कल्ली नहीं आउंदी, नींद अपने नाल सुपने लिआउंदी है। नींद दा तल्लुक रात नाल है, रात दा तल्लुक दिन नाल है। दिन जो कुछ करदे हां वो रात संग्रह करके सुपनियां दी दुनिया च सानू वापस कर दी है, सड़ी झोली च पांदी है। तो चिंतन करदियां करदियां सौ गई, नींद आई ते नींद दे आउंदियां सुपना आया। ते सुपना भी कल्ला नहीं आया, सुपना अपने नाल कृष्ण नूं लेके आया। सोई होती निस्मय पलंग पर, सब ज्ञान ध्यान पिया संग लाए, पलक से जब पलक लगी पल लागत ही पल मोह पिया आए। जब उठी उनके मिलबे को, जाग परी पिया पास न पाए। मीरा कहती है, सुपने च ही ख्याल पैदा हो गया कि मैं उठा कृष्ण दी कदम बोसी करा, अपना मस्तक ओदे कदमां ते रखा। पर इस ख्याल ने गजब कर दिता, क्योंकि इस ख्याल दे आउंदियां ही नींद टुट गई। नींद दे टुटदियां ही सुपना टुट गया ते सुपने दे टुटदियां कृष्ण ओझल हो गए। जब उठी उनके मिलबे को, जाग परी पिया पास न पाए। मीरन और तो सोवत खोवत, मैंने सखी पिया जाग गवाए। लोकी सौ के परमात्मा गवा बैठते हैं, मैं जाग के गवा बैठी। अगर ये नींद होर चलती रहिंदी तां सुपना भी चलता रहिंदा, ते जे सुपना चलता रहिंदा तां कृष्ण दा मिलन भी चलता रहिंदा। इसी अवस्था का जिक्र साहिब गुरु नानक देव जी महाराज करते हैं। आओ सुभागी नींदड़िए मत शो देखा सो, ऐ भागा भरी नींद तू आ। दिन भागा भरिया होवे, रात अपने आप भागा भरी हो जाती है। दिन भागा भरा है, रात नूं भागा भरे सुपने। आओ सुभागी नींदड़िए मत शो देखा सोए। पंजाबी दे प्रसिद्ध शायर भाई साहब भाई वीर सिंह जी जापदा गुरु चिंतन करदियां करदियां, गुरमत दी विचार लिखदियां लिखदियां, इन्हां ही विचारां ते इसी चितवनी च आप सौ गए ने। और पवित्र बंदियां नूं जिस तरह पवित्र सुपने आउंदे ने, कोई मनुख पवित्र है पापी है इहदा निर्णय खुद कर सकता है। अगर अजे तक भी उसनूं माड़े सुपने आ रहे ने तो इस बंदे दा जागना ते जीवना कोई पावन नहीं हो सकता, पवित्र नहीं हो सकता, क्योंकि दिन भर दे कर्म दिन भर दियां विचारां ही ते रात नूं सुपने नूं जन्म देंदियां। तो भाई साहब भाई वीर सिंह जी महाराज फरमान करते ने, सुपने विच तुसां मिले असानू, असां तां गल वकड़ी पाई, निरा नूर तुसी हथ ना आए, साडी कमदी रही कलाई। तुसी ते निरा नूर हो, तुसी ते निरा चानण हो, ते हुण चानण नूं पकड़न दी कोशिश कीती, अख खुल गई, नींद खुल गई। तुसा हथ ना आए, साडी कमदी रही कलाई। मंग बनी रही होर मिलन होवे, होर मिलन होवे, ये रस होर बनिया रवे। ऐसे वास्ते ते गुरु अर्जन देव जी महाराज कहते ने, ये सुपना महान है, ये सोना महान है। जागन ते सुपना भला, वसिए प्रभ संग, कद देखो प्रभ आपना, आत्म ते हर रंग। लोकी नींद दे उड़दे भी नहीं, सुपने इन्हां नूं ऐसे आंदे ने उडारी ला रहे ने। जापदा है किसी जन्म दे च पंछी रह चुके ने, उड्डण दे संस्कार अंदर मौजूद ने, उड्डे ने। और इसे तरीके नाल बड़े भयंकर डरावने सुपने भी मनुख नूं आउंदे ने। जापदा है कि इहदा दिन भर कोई डरावनी दुनिया नाल संबंधित है, इहदा दिन भर कोई भैड़े कर्मां नाल संबंधित है, तदी ते इसनूं रात नूं डरावने सुपने आउंदे ने। दिन भर जो भैड़े कर्मां करके डरिया रहा है, कुदरती गल है, रात नूं डरावने सुपने आउणगे। और ये डरावने सुपने इस गल दा सबूत है कि ये मनुख पवित्र नहीं, ये बंदा अजे पावन दुनिया नूं छू नहीं सकिया। सुपना अपने आप दा निर्णय करन लई
ਪਰਿਪੂਰਨ ਪਰਮਾਤਮਾ ਦੀ ਤਰਫੋਂ ਦਿੱਤਾ ਗਿਆ ਇੱਕ ਬਹੁਤ ਵੱਡਾ ਵਸੀਲਾ ਹੈ, ਬਹੁਤ ਵੱਡਾ ਵਸੀਲਾ ਹੈ, ਜਿਹਨੂੰ ਵੇਖ ਕੇ ਮਨੁੱਖ ਆਪਣੇ ਬਾਰੇ ਇਹ ਫੈਸਲਾ ਕਰ ਸਕਦਾ ਹੈ, ਮੈਂ ਪਾਵਨ ਹਾਂ ਕਿ ਮੈਂ ਪਾਪੀ ਹਾਂ, ਮੈਂ ਚੰਗਾ ਹਾਂ ਕਿ ਮੈਂ ਮਾੜਾ ਹਾਂ। ਤੋ ਇਸ ਬਾਣੀ ਦੀਆਂ ਪੰਕਤੀਆਂ ਤੋਂ ਅਸੀਂ ਇਹ ਪ੍ਰੇਰਣਾ ਲੈਣੀ ਹੈ ਕਿ ਦਿਨ ਭਰ ਪ੍ਰਭੂ ਚਿੰਤਨ ਕਰਦਿਆਂ ਕਰਦਿਆਂ ਰਾਤ ਨੂੰ ਇਹਨਾਂ ਹੀ ਵਿਚਾਰਾਂ ਨੂੰ ਲੈ ਕੇ ਸੋਹਣਾ ਹੈ, ਤਾਂ ਕਿ ਰਾਤ ਨੂੰ ਐਸੇ ਸੁਪਨੇ ਆਵਣ ਜਿਹਦੇ 'ਚ ਪ੍ਰਭੂ ਮਿਲਣਾ ਨਸੀਬ ਹੋਵੇ, ਗੁਰੂ ਜੋਤੀ ਦੇ ਦਰਸ਼ਨ ਹੋਵਣ, ਸਤਸੰਗ ਨਸੀਬ ਹੋਵੇ, ਗੁਰ ਤੀਰਥਾਂ ਦੇ ਦਰਸ਼ਨ ਹੋਵਣ, ਗੁਰਧਾਮਾਂ ਦੇ ਦਰਸ਼ਨ ਹੋਵਣ। ਜੀ ਕਥਾ ਸੁਣ ਕੇ ਬਹੁਤ ਜ਼ਿਆਦਾ ਆਨੰਦ ਆਇਆ ਸਾਨੂੰ। ਉਸ ਕਥਾ ਤੋਂ ਤੁਹਾਨੂੰ ਇਸ ਕਥਾ ਤੋਂ ਕੀ ਸਿੱਖਣ ਨੂੰ ਮਿਲਿਆ? ਮਸਕੀਨ ਜੀ ਦੇ ਅਨਮੋਲ ਵਿਚਾਰ, ਗਿਆਨ ਦੀਆਂ ਗੱਲਾਂ ਇਨਸਾਨ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਆਉਂਦੀਆਂ ਕਿ ਹਮੇਸ਼ਾ ਮਸਕੀਨ ਜੀ ਇਸ ਕਥਾ ਵਿੱਚ ਕਹਿ ਰਹੇ ਹਨ ਕਿ ਸ਼ੁੱਧ ਵਿਚਾਰ, ਸ਼ੁੱਧ ਸੋਚ ਰੱਖੋ ਤਾਂ ਕਿ ਜੀਵਨ ਜੋ ਹੈ ਤੁਹਾਡਾ ਸਫਲ ਹੋ ਸਕੇ। ਅੱਛੇ ਕੰਮ ਕਰੀਏ, ਅੱਛੇ ਕਾਰਜ ਕਰੀਏ ਤਾਂ ਕਿ ਜੀਵਨ ਵਿੱਚ ਆਇਆ ਹੋਇਆ ਸਾਡਾ ਜੋ ਸਮੇਂ ਹੈ ਗੁਰੂ ਪਰਮਾਤਮਾ ਦੇ ਨਾਲ ਜੁੜ ਸਕੇ ਤੇ ਅਸੀਂ ਗੁਰੂ ਦੇ ਲੜ ਲੈ ਸਕੀਏ। ਚੰਗੇ ਵਿਚਾਰ ਕਰਨੇ ਚਾਹੀਦੇ ਨੇ, ਸਭਨਾਂ ਨੇ ਚੰਗੇ ਵਿਚਾਰ ਕਰਨੇ ਚਾਹੀਦੇ ਨੇ, ਤਾਂ ਹੀ ਸਾਡਾ ਜੀਵਨ ਸਫਲ ਹੋਏਗਾ। ਸੰਗਤ ਜੀ ਦਿਓ ਇਜਾਜ਼ਤ, ਨਈ ਵੀਡੀਓ ਦੇ ਨਾਲ ਅਸੀਂ ਤੁਹਾਡੇ ਕੋਲ ਜਲਦੀ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।